ਕੈਨ ਪੰਜਾਬ ਮੀਡੀਆ ਤੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਅਸੀਂ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਅਪਡੇਟ ਲੈ ਕੇ ਪੰਜਾਬ ਤੋਂ, ਭਾਰਤ ਤੋਂ ਤੇ ਵਿਸ਼ਵ ਭਰ ਤੋਂ। ਖਬਰਾਂ ਪੇਸ਼ ਕਰਨ ਤੋਂ ਪਹਿਲਾਂ ਦੋ ਵਿਚਾਰਾਂ ਦੀ ਸਾਂਝ ਜੋ ਤੁਹਾਡੇ ਨਾਲ ਪਾਵਾਂਗੇ। ਜੇ ਕੈਨ ਪੰਜਾਬ ਮੀਡੀਆ ਦੇ ਪ੍ਰੋਗਰਾਮ ਜੋ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਚੰਗੀ ਲੱਗਦੀ ਹੋਵੇ, ਰੈਲੇਵੈਂਟ ਲੱਗਦੀ ਹੋਵੇ ਤਾਂ ਸਾਡੇ ਪ੍ਰੋਗਰਾਮ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਸ ਤੋਂ ਵੀ ਸਾਡੇ ਲਈ ਅਹਿਮ ਗੱਲ ਹੈ ਕਿ ਤੁਸੀਂ ਜੋ ਕਮੈਂਟ ਬਾਕਸ ਹੈਗਾ ਉਹਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸੋ। ਕੋਈ ਵੀ ਸੁਝਾਅ ਹੋਵੇ ਜੋ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਉਸ ਦੇ ਵਿੱਚ ਜੋ ਖਬਰ ਹੈਗੀ ਆ ਉਹਦੇ ਸੰਬੰਧੀ ਤੁਹਾਡਾ ਸੁਝਾਅ ਹੋਵੇ ਜਾਂ ਕੈਨ ਪੰਜਾਬ ਮੀਡੀਆ ਪ੍ਰਤੀ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਅਸੀਂ ਉਹਦੇ ਮੁਤਾਬਕ ਆਪਣੇ ਪ੍ਰੋਗਰਾਮ ਦੀ ਜਿਹੜੀ ਹੈ ਰੂਪਰੇਖਾ ਤਿਆਰ ਕਰ ਸਕੀਏ। ਅੱਜ ਦੀਆਂ ਮੇਜਰ ਖਬਰਾਂ ਤੋਂ, ਭਾਰਤ ਤੋਂ, ਪੰਜਾਬ ਤੋਂ ਜਿਹੜੀ ਹੈਗੀ ਆ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਖਬਰਾਂ ਆਪਾਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਹੀ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਇਹ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਘਟਨਾਵਾਂ ਵਾਪਰੀਆਂ ਆ ਜਿਹਦੇ ਸਬੰਧ ਵਿੱਚ ਹੁਣ ਕਾਫੀ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਆ। ਆਪੋ ਆਪਣੇ ਪੁਆਇੰਟ ਆਫ ਵਿਊ ਦਿੱਤੇ ਜਾ ਰਹੇ ਆ। ਹਰ ਬੰਦਾ ਆਪਣੇ ਮੁਤਾਬਕ ਗੱਲ ਕਰ ਰਿਹਾ। ਕੋਈ ਧਿਰ ਕਿਸੇ ਨੂੰ ਦੋਸ਼ੀ ਠਹਿਰਾ ਰਹੀ ਆ, ਕੋਈ ਧਿਰ ਕਿਸੇ ਨੂੰ ਦੋਸ਼ੀ ਠਹਿਰਾ ਰਹੀ ਆ। ਕਿਸਾਨ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀਆਂ ਜਿਹੜੀਆਂ ਗੱਲਾਂ ਹੁਣ ਬੜੀਆਂ ਤੇਜ਼ ਹੋ ਗਈਆਂ। ਕਾਫੀ ਹੁਣ ਵਿਚਾਰ ਚਰਚਾ ਹੋ ਰਹੀ ਆ, ਇਸ 'ਤੇ ਗੱਲ ਕਰਾਂਗੇ। ਮੇਨ ਗੱਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈਗੀ ਆ ਕਿ ਅੱਜ ਜੋ ਨਿਹੰਗ ਜਥੇਬੰਦੀਆਂ ਦੇ ਇੱਕ ਨਿਹੰਗ ਸਿੰਘ ਅਮਨਦੀਪ ਸਿੰਘ ਉਹਨਾਂ ਦੀ ਜੋ ਭਾਜਪਾ ਦੇ ਵੱਡੇ ਆਗੂਆਂ ਨਾਲ ਵੀਡੀਓ ਵਾਇਰਲ ਹੋਈ ਆ, ਉਸ ਤੋਂ ਬਾਅਦ ਜੋ ਵਵੇਲਾ ਖੜਾ ਹੋਇਆ ਮੀਡੀਆ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਜ਼ਿਕਰਯੋਗ ਹੈ ਕਿ 2-3 ਦਿਨ ਪਹਿਲਾਂ ਹੀ ਜੋ ਸਿੰਘੂ ਬਾਰਡਰ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਬੇਅਦਬੀ ਦੇ ਦੋਸ਼ਾਂ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀਗਾ। ਨਿਹੰਗ ਜਥੇਬੰਦੀਆਂ ਵੱਲੋਂ ਕਤਲ ਕਰਨ ਤੋਂ ਬਾਅਦ ਬਕਾਇਦਾ 4 ਨਿਹੰਗ ਸਿੰਘਾਂ ਵੱਲੋਂ ਆਤਮ ਸਮਰਪਣ ਪੁਲਿਸ ਨੂੰ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਅਤੇ ਨਿਹੰਗ ਸਿੰਘਾਂ ਦੇ ਵਿੱਚ ਕਾਫੀ ਜੋ ਆਪਸ ਦੇ ਵਿੱਚ ਵਿਚਾਰਕ ਮਤਭੇਦ ਸਾਹਮਣੇ ਆਏ ਸੀਗੇ। ਕਿਸਾਨ ਜਥੇਬੰਦੀਆਂ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀਗਾ ਅਤੇ ਉਸ ਤੋਂ ਬਾਅਦ ਜਿਹੜੀਆਂ ਨਿਹੰਗ ਜਥੇਬੰਦੀਆਂ ਵੱਲੋਂ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਗਈ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ। ਉਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਉੱਤੇ ਕਈ ਸਵਾਲ ਖੜ੍ਹੇ ਕੀਤੇ ਗਏ ਸੀਗੇ। ਲੇਕਿਨ ਇਸ ਦੇ ਚੱਲਦਿਆਂ ਹੀ ਹੁਣ ਜੋ ਅੱਜ ਦੀ ਜਿਹੜੀ ਮੇਜਰ ਜਿਹੜੀ ਇਹਦੇ ਵਿੱਚ ਡਿਵੈਲਪਮੈਂਟ ਹੈਗੀ ਆ ਕਿ ਅਮਨਦੀਪ ਸਿੰਘ ਨਿਹੰਗ ਦੀਆਂ ਖੇਤੀਬਾੜੀ ਮੰਤਰੀ ਤੋਮਰ ਦੇ ਨਾਲ ਫੋਟੋਆਂ ਜਾਰੀ ਹੋਣਾ, ਉਸ ਦੇ ਵਿੱਚ ਪੁਲਿਸ ਦੇ ਕੈਟ ਅਤੇ ਵਿਵਾਦਕ ਇੱਕ ਪਾਤਰ ਹੈਗੇ ਆ ਪੰਜਾਬ ਤੋਂ ਪਿੰਕੀ ਕੈਟ, ਉਸ ਦੇ ਵਿੱਚ ਉਸ ਦਾ ਸ਼ਾਮਲ ਹੋਣਾ ਅਤੇ ਇਹ ਫੋਟੋਆਂ ਬਾਰੇ ਪਹਿਲਾਂ ਕਿਸੇ ਨੂੰ ਪਤਾ ਨਾ ਹੋਣਾ ਕਾਫੀ ਸਵਾਲ ਖੜ੍ਹੇ ਕਰਦੀਆਂ। ਹਰ ਬੰਦੇ ਦੇ ਮਨ ਵਿੱਚ ਸਵਾਲ ਇਹ ਪੈਦਾ ਹੁੰਦਾ ਆ। ਸੋ ਇਹ ਗੱਲਾਂ ਜਿਹੜੀਆਂ ਸਾਹਮਣੇ ਆਉਣ ਤੋਂ ਬਾਅਦ ਹੁਣ ਮੀਡੀਆ ਹਲਕਾ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਇਹ ਜੋ ਸਿੰਘੂ ਬਾਰਡਰ 'ਤੇ ਘਟਨਾ ਵਾਪਰੀ ਆ ਕਿ ਵਾਕਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਇੱਕ ਵੇਦਨਾ ਤਹਿਤ ਕੀਤਾ ਗਿਆ ਕਿਸੇ ਬੰਦੇ ਦਾ ਕਤਲ ਹੈ ਜਾਂ ਭਾਜਪਾ ਦੀ ਜੋ ਕੇਂਦਰ ਸਰਕਾਰ ਆ ਉਸ ਦੀ ਕੋਈ ਚਾਲ ਹੋ ਸਕਦੀ ਆ। ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਮੇਰਾ ਮਕਸਦ ਇਹ ਹੈਗਾ ਕਿ ਸਾਰੀਆਂ ਜੋ ਵੀ ਧਿਰਾਂ ਹੈਗੀਆਂ ਨੇ ਆਪਸ ਵਿੱਚ ਉਲਝਣ ਦੀ ਬਜਾਏ ਇਹ ਸੋਚਣ ਕਿ ਇੱਦਾਂ ਕੇਂਦਰ ਸਰਕਾਰਾਂ ਕਰਦੀਆਂ ਆਈਆਂ ਨੇ। 1984 ਵਿੱਚ ਲੱਗਾ ਧਰਮ ਯੁੱਧ ਮੋਰਚਾ, ਉਦੋਂ ਵੀ ਕੇਂਦਰ ਸਰਕਾਰਾਂ ਵੱਲੋਂ ਉਸ ਨੂੰ ਫੇਲ ਕਰਨ ਦੇ ਲਈ ਬਹੁਤ ਸਾਰੀਆਂ ਚਾਲਾਂ ਚੱਲੀਆਂ ਗਈਆਂ। ਸੋ ਹਰ ਪੱਖ ਨੂੰ ਜਾਂਚਣ ਦੇ ਲਈ ਮੇਰਾ ਇਹ ਵਿਚਾਰ ਹੈਗਾ ਕਿ ਸਾਡਾ ਦ੍ਰਿਸ਼ਟੀਕੋਣ ਬੜਾ ਵਿਸ਼ਾਲ ਹੋਣਾ ਚਾਹੀਦਾ ਕਿ ਜੇ ਪਹਿਲਾਂ ਸਿੰਘੂ ਬਾਰਡਰ 'ਤੇ ਕਤਲ ਹੋਇਆ ਅਸੀਂ ਉਹਨੂੰ ਇੱਕ ਪਾਸੜ ਤੋਂ ਦੇਖੀਏ, ਇੱਕ ਵਿਊ ਪੁਆਇੰਟ ਆਫ ਵਿਊ ਤੋਂ ਦੇਖੀਏ। ਉਸ ਤੋਂ ਬਾਅਦ ਜੇ ਹੁਣ ਨਿਹੰਗ ਜਥੇਬੰਦੀਆਂ ਦੀ ਜੋ ਫੋਟੋਆਂ ਵਾਇਰਲ ਹੋਈਆਂ ਨੇ ਉਸ ਨੂੰ ਵੀ ਇੱਕ ਪੁਆਇੰਟ ਆਫ ਵਿਊ ਤੋਂ ਹੀ ਵੇਖ ਕੇ ਅਤੇ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਜਾਵੇ ਕਿਸੇ ਗੱਲ ਦੇ ਵਿੱਚ ਬਿਨਾਂ ਕੋਈ ਜਾਂਚ ਕੀਤਿਆਂ, ਬਿਨਾਂ ਕਿਸੇ ਗੱਲ ਦੀ ਘੋਖ ਪੜਤਾਲ ਕੀਤਿਆਂ, ਇਹ ਵੀ ਠੀਕ ਨਹੀਂ ਹੈਗਾ। ਸਾਨੂੰ ਹਮੇਸ਼ਾ ਵੀ ਜਦੋਂ ਵੀ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਉਸ ਦੇ ਵਿਚਾਰ ਸਾਰੇ ਵਿਚਾਰਾਂ ਨੂੰ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਹੀ ਆਪਣੀ ਕੋਈ ਰਾਏ ਬਣਾਉਣੀ ਚਾਹੀਦੀ ਆ। ਸੋਸ਼ਲ ਮੀਡੀਆ 'ਤੇ ਵੀ ਆਪਣਾ ਤਾਂ ਹੀ ਵਿਚਾਰ ਕੋਈ ਸਾਂਝਾ ਕਰਨਾ ਚਾਹੀਦਾ। ਕਿਸੇ ਵੀ ਬੰਦੇ ਦੀ ਕਿਸੇ ਵੀ ਆਗੂ ਦੇ ਨਾਲ ਫੋਟੋ ਵਾਇਰਲ ਹੋ ਸਕਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕੋਈ ਵੀ ਕਿਸੇ ਦੇ ਨਾਲ ਮੀਟਿੰਗ ਵੀ ਕਰ ਸਕਦਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵੀ ਵੱਖ-ਵੱਖ ਸਮੇਂ ਦੇ ਉੱਤੇ ਭਾਜਪਾ ਦੇ ਆਗੂਆਂ ਦੇ ਨਾਲ ਜੋ ਮੀਟਿੰਗਾਂ ਹੋਈਆਂ ਨੇ ਉਸ ਦੀਆਂ ਫੋਟੋਆਂ ਵਾ। ਕਿਸਾਨ ਜਥੇਬੰਦੀਆਂ ਦੇ ਜੋ ਮੇਨ ਆਗੂ ਹੈਗੇ ਆ
ਰਾਜੇਵਾਲ ਜਾਂ ਹੋਰ ਵੱਡੇ ਆਗੂ ਉਹਨਾਂ ਦੀਆਂ ਕਿਸੇ ਟਾਈਮ ਦੇ ਉੱਪਰ ਕਾਂਗਰਸ ਦੇ ਵੱਡੇ ਆਗੂਆਂ ਦੇ ਨਾਲ ਫੋਟੋਆਂ ਹੈਗੀਆਂ ਨੇ। ਵਿਵਾਦਤ ਜਿਹੜੇ ਪਾਤਰ ਹੈਗੇ ਪੁਲਿਸ ਦੇ ਸਮੇਤ ਸੈਣੀ ਉਹਨਾਂ ਦੇ ਨਾਲ ਫੋਟੋਆਂ ਹੈਗੀਆਂ ਨੇ। ਇਸ ਤੋਂ ਇਲਾਵਾ KPS ਗਿੱਲ ਉਹਨਾਂ ਦੇ ਨਾਲ ਵੀ ਫੋਟੋਆਂ ਹੈਗੀਆਂ। ਸੋ ਫੋਟੋਆਂ ਦੇ ਆਧਾਰ 'ਤੇ ਅਸੀਂ ਇੰਨੀ ਜਲਦੀ ਪੁਆਇੰਟ ਆਫ ਵਿਊ ਇਹ ਬਣਾ ਲਈਏ ਕਿ ਸਾਰੀ ਨਿਹੰਗ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਭਾਜਪਾ ਦੇ ਟਰੈਪ ਵਿੱਚ ਚੱਲ ਰਹੀਆਂ ਨੇ, ਸ਼ਾਇਦ ਕੇਂਦਰ ਸਰਕਾਰ ਦੇ ਇੱਕ ਏਜੰਸੀ ਵਜੋਂ ਕੰਮ ਕਰ ਰਹੀਆਂ। ਇਹ ਬੜੀ ਜਲਦਬਾਜ਼ੀ ਵਾਲੀ ਜਾਂ ਗਲਤ ਅੰਦਾਜ਼ਾ ਹੋਊਗਾ। ਮੇਰਾ ਮਕਸਦ ਹੈਗਾ ਕਿ ਇਸ ਵਿਸ਼ੇ ਨੂੰ ਮਲਟੀਪਲ ਪੱਖਾਂ ਤੋਂ ਵਿਚਾਰਨ ਦੀ ਲੋੜ ਹੈਗੀ ਆ, ਸਾਰਿਆਂ ਦਾ ਪੱਖ ਜਾਣਨ ਦੀ ਲੋੜ ਆ। ਖਾਸ ਕਰਕੇ ਨਿਹੰਗ ਜਥੇਬੰਦੀਆਂ ਦਾ ਜੋ ਪੱਖ ਸਾਹਮਣੇ ਆਉਂਦਾ ਇਹਦੇ ਸੰਬੰਧ ਵਿੱਚ ਉਸ ਨੂੰ ਵਿਚਾਰਨ ਦੀ ਲੋੜ ਆ। ਵੈਸੇ ਹੁਣ ਤੱਕ ਜਿਹੜਾ ਨਿਹੰਗ ਅਮਰਦੀਪ ਸਿੰਘ ਆ ਉਸ ਦੇ ਵੱਲੋਂ ਇੱਕ ਪੱਖ ਆਇਆ ਆ ਜੋ ਉਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ, ਉਹਦੇ ਵੱਲੋਂ ਕੁਛ ਇੱਕ ਡਾਕੂਮੈਂਟ ਮੀਡੀਆ ਨੂੰ ਦਿਖਾਏ ਜਾ ਰਹੇ ਆ ਇੰਟਰਵਿਊ ਦੇ ਵਿੱਚ, ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਆਹ ਜਿਹੜੇ ਲਿਖਤੀ ਮੰਗ ਪੱਤਰ ਸੀਗੇ ਇਹ ਲੈ ਕੇ ਜਦੋਂ ਸੱਦਾ ਆਇਆ ਸੀਗਾ ਖੇਤੀਬਾੜੀ ਮੰਤਰੀ ਤੋਮਰ ਹੋਣਾ ਵੱਲੋਂ, ਤੇ ਉਹ ਉੱਥੇ ਮੀਟਿੰਗ ਜ਼ਰੂਰ ਸ਼ਾਮਲ ਹੋਇਆ, ਲੇਕਿਨ ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਹੈਗੀਆਂ 3 ਮੰਗਾਂ ਉਹਦੇ ਸੰਬੰਧ ਵਿੱਚ ਉਹਨਾਂ ਨੇ ਕੁਛ ਫੋਟੋ ਕਾਪੀਆਂ ਦਿਖਾਈਆਂ। ਇਹਦੇ ਵਿੱਚ ਕਿੰਨੀ ਕੁ ਰੈਲੇਵੈਂਟੀ ਹੈਗੀ ਆ ਉਹ ਆਉਣ ਵਾਲਾ ਸਮਾਂ ਦੱਸੂਗਾ। ਲੇਕਿਨ ਕੁਛ ਡਾਕੂਮੈਂਟ ਉਹਨਾਂ ਚਿੱਠੀਆਂ ਦਿਖਾਈਆਂ ਕਿ ਅਸੀਂ ਇਹ ਚਿੱਠੀਆਂ ਜਿਹੜੀਆਂ ਬਕਾਇਦਾ ਕੇਂਦਰ ਸਰਕਾਰ ਨੂੰ ਵੱਖ-ਵੱਖ ਆਗੂਆਂ ਨੇ ਪਾਈਆਂ ਸੀਗੀਆਂ ਕਿਸਾਨੀ ਮਸਲਿਆਂ ਦੇ ਹੱਲ ਲਈ, ਕਿਸਾਨੀ ਬਿੱਲਾਂ ਨੂੰ ਰੱਦ ਕਰਾਉਣ ਦੇ ਲਈ, ਤੇ ਉਹਨਾਂ ਚਿੱਠੀਆਂ ਦੇ ਸੰਬੰਧ ਵਿੱਚ ਹੀ ਉਹ ਮੁਲਾਕਾਤ ਹੋਈ ਆ। ਲੇਕਿਨ ਇਹਦੇ ਵਿੱਚ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਉਹ ਮੁਲਾਕਾਤ ਹੋਈ ਉਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਇਸ ਗੱਲ ਨੂੰ ਉਜਾਗਰ ਕਿਉਂ ਨਹੀਂ ਕੀਤਾ ਗਿਆ ਕਿ ਸਾਡੀ ਕਿਸਾਨਾਂ ਦੇ ਬਿੱਲਾਂ ਦੇ ਸੰਬੰਧ ਵਿੱਚ ਜੋ ਕੇਂਦਰ ਸਰਕਾਰ ਨੇ 3 ਬਿੱਲ ਖੇਤੀਬਾੜੀ ਸੰਬੰਧੀ ਲਿਆਂਦੇ ਆ ਉਹਨਾਂ ਨੂੰ ਰੱਦ ਕਰਾਉਣ ਲਈ, ਜਾਂ ਹੋਰ ਵੀ ਕਿਸੇ ਦੇ ਮਸਲੇ ਦੇ ਸੰਬੰਧ ਵਿੱਚ ਜੇ ਨਿਹੰਗ ਜਥੇਬੰਦੀਆਂ ਦੇ ਕਿਸੇ ਵੀ ਮੈਂਬਰ ਦੀ ਜਾਂ ਵੱਧ ਮੈਂਬਰਾਂ ਦੀ ਮੀਟਿੰਗ ਹੋਈ ਸੀ ਉਸ ਨੂੰ ਜਨਤਾ ਦੇ ਸਾਹਮਣੇ ਜਨਤਕ ਉਸ ਸਮੇਂ ਕਿਉਂ ਨਹੀਂ ਕੀਤਾ ਗਿਆ, ਇਹ ਇੱਕ ਵੱਡਾ ਸਵਾਲ ਸੀ। ਤੇ ਉਹਦੇ ਵਿੱਚ ਗੁਰਮੀਤ ਪਿੰਕੀ ਵਰਗੇ ਕੈਟ ਹੈਗੇ ਆ, ਉਹਨਾਂ ਦਾ ਉਹਦੇ ਵਿੱਚ ਕੀ ਰੋਲ ਆ, ਇਹ ਗੱਲ ਸਾਹਮਣੇ ਆਉਣ ਵਾਲੀ ਬਣਦੀ ਆ। ਫਿਲਹਾਲ ਗੁਰਮੀਤ ਪਿੰਕੀ ਜਿਹੜਾ ਕੈਟ ਹੈਗਾ ਉਸ ਦੇ ਵੀ ਮੀਡੀਆ ਦੇ ਵਿੱਚ ਬਿਆਨ ਆ ਰਿਹਾ, ਉਸ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੇ ਖੁਲਾਸੇ ਇਸ ਸੰਬੰਧ ਵਿੱਚ ਕਰ ਸਕਦੇ ਆ। ਸੋ ਮੇਰਾ ਇਹ ਮੰਨਣਾ ਹੈਗਾ ਕਿ ਇਹਦੇ ਵਿੱਚ ਸਾਨੂੰ ਮਲਟੀਪਲ ਪੱਖ ਦੇਖਣੇ ਪੈਣਗੇ, ਬੜੀ ਦੂਰ ਦੀ ਸੋਚ ਰੱਖਣੀ ਪਏਗੀ। ਸਾਡਾ ਨਿਸ਼ਾਨਾ ਅਸਲ ਵਿੱਚ ਫਿਰ ਵੀ ਉਹੀ ਹੋਣਾ ਚਾਹੀਦਾ ਕਿ ਮੋਹਰੇ ਵੱਲ ਖਿਆਲ ਨਾ ਹੋਵੇ, ਮੋਹਰੇ ਨੂੰ ਵਰਤਣ ਵਾਲੇ ਵੱਲ ਖਿਆਲ ਹੋਵੇ। ਸੋ ਇਹਦੇ ਵਿੱਚ ਨਿਹੰਗ ਜਥੇਬੰਦੀਆਂ ਦੇ ਜਿਹੜੇ ਜਥੇਦਾਰ ਹੈਗੇ ਰਾਜਾ ਰਾਮ ਸਿੰਘ, ਉਹਨਾਂ ਵੱਲੋਂ ਆਪਣਾ ਬਚਾਅ ਪੱਖ ਰੱਖਦਿਆਂ ਇਹ ਗੱਲ ਕਹੀ ਗਈ ਹੈਗੀ ਕਿ ਨਿਹੰਗ ਅਮਰਦੀਪ ਸਿੰਘ ਵੱਲੋਂ ਜੇ ਮੁਲਾਕਾਤ ਕੀਤੀ ਗਈ ਹੈਗੀ ਆ ਉਹ ਗਲਤ ਆ, ਉਹਦੇ ਵੱਲੋਂ ਸਪਸ਼ਟੀਕਰਨ ਦੇਣਾ ਬਣਦਾ। ਜੇ ਇਹਦੇ ਵਿੱਚ ਕੋਈ ਚਾਲ ਸਾਹਮਣੇ ਆਉਂਦੀ ਆ ਤਾਂ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ। ਸੋ ਇਹ ਅੱਜ ਦੀਆਂ ਕੁਝ ਖਾਸ ਡਿਵੈਲਪਮੈਂਟ ਜਿਹੜੀਆਂ ਹੈਗੀਆਂ ਸੀਗੀਆਂ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਵੀ ਹੁਣ ਇਸ ਹੋਰ ਸਵਾਲ ਉਠਾ ਰਹੀਆਂ, ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਜਿਹੜਾ ਰੇਲ ਰੋਕੋ ਅੰਦੋਲਨ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਸੀਗਾ, ਕਾਫੀ ਉਹ ਸਫਲ ਰਿਹਾ। ਉਸ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਜਿਹੜੀਆਂ ਟ੍ਰੇਨਾਂ ਸੀਗੀਆਂ 40 ਦੇ ਕਰੀਬ ਟ੍ਰੇਨਾਂ ਰੱਦ ਕਰਨੀਆਂ ਪਈਆਂ ਅਤੇ 163 ਦੇ ਕਰੀਬ ਜਿਹੜੀਆਂ ਟ੍ਰੇਨਾਂ ਉਹ ਪ੍ਰਭਾਵਿਤ ਹੋਈਆਂ ਅਤੇ ਮੁਸਾਫਰਾਂ ਨੂੰ ਪਰੇਸ਼ਾਨੀ ਝੱਲਣੀ ਪਈ। ਪਰ ਜਦੋਂ ਵੀ ਕੋਈ ਸੰਘਰਸ਼ ਚੱਲਦਾ ਆ ਉਹਦੇ ਵਿੱਚ ਆਮ ਪਬਲਿਕ ਪਰੇਸ਼ਾਨ ਹੁੰਦੀ ਆ ਤਾਂ ਹੀ ਜਿਹੜਾ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਦੀ ਆ। ਲੇਕਿਨ ਇਹਦੇ ਵਿੱਚ ਇਹਦੇ ਵਿੱਚ ਸੰਬੰਧ ਵਿੱਚ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ। ਜਿਹੜਾ ਹੁਣ ਡਿਵੈਲਪਮੈਂਟ ਖਾਸ ਕਰਕੇ ਕਿਸਾਨੀ ਸੰਘਰਸ਼ ਦੇ ਦੌਰਾਨ ਜਿਹੜਾ ਸਿੰਘੂ ਬਾਰਡਰ 'ਤੇ ਕਤਲ ਹੋਇਆ, ਇਹਦੇ ਦਰਮਿਆਨ ਜਿਹੜੀਆਂ ਨਿਹੰਗ ਸਿੰਘਾਂ ਦੀਆਂ ਫੋਟੋਆਂ ਭਾਜਪਾ ਆਗੂਆਂ ਨਾਲ ਵਾਇਰਲ ਹੋਈਆਂ। ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਵਿਸਥਾਰਤ ਵਿੱਚ ਰਿਪੋਰਟ ਲੱਗੀ ਆ। ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਕਿ ਉਹਨਾਂ ਨੇ ਕਿਹਾ ਕਿ ਨਿਹੰਗ ਜਥੇਬੰਦੀਆਂ ਦੇ ਕੁਝ ਆਗੂਆਂ ਦੀ ਅਤੇ ਕੁਛ ਇੱਕ ਗੁਰਮੀਤ ਕੈਟ ਪਿੰਕੀ ਅਤੇ ਹੋਰ ਕੁਛ ਇੱਕ ਲੋਕਾਂ ਦੀ ਜੁਲਾਈ ਦੇ ਵਿੱਚ ਬਕਾਇਦਾ ਭਾਜਪਾ ਦੇ ਕੇਂਦਰੀ ਖੇਤੀਬਾੜੀ ਮੰਤਰੀ ਜਤਿੰਦਰ ਤੋਮਰ ਨਾਲ ਮੀਟਿੰਗ ਹੋਈ ਸੀਗੀ, ਜਿਹਦੇ ਵਿੱਚ ਉਹਨਾਂ ਵੱਲੋਂ ਟ੍ਰਿਬਿਊਨ ਦੇ ਵਿੱਚ ਇਹ ਜਿਹੜੀ ਰਿਪੋਰਟ ਲੱਗੀ ਆ ਉਹਦੇ ਵਿੱਚ ਇਹ ਗੱਲ ਕਿਹਾ ਗਿਆ ਹੈਗਾ ਕਿ ਬਕਾਇਦਾ ਇਹਨਾਂ ਪਾਤਰਾਂ ਵੱਲੋਂ ਜਿਹੜੇ ਕਿਸਾਨੀ ਸੰਘਰਸ਼ ਦੇ ਦੌਰਾਨ ਜੋ ਮੰਗਾਂ ਕਿਸਾਨਾਂ ਦੀਆਂ ਸੀ ਅਤੇ ਭਾਜਪਾ ਸਰਕਾਰ ਦੇ ਨਾਲ ਜੋ ਗੱਲਬਾਤ ਚੱਲ ਰਹੀ ਸੀ ਉਹ ਗੱਲਬਾਤ ਟੁੱਟ ਗਈ ਸੀਗੀ।
ਉਸ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਹੀ ਜਿਹੜੀਆਂ ਨਿਹੰਗ ਜਥੇਬੰਦੀਆਂ ਉਹਦੇ ਵਿੱਚ ਕੁਝ ਪ੍ਰਤੀਨਿਧਾਂ ਨੇ ਕੇਂਦਰ ਸਰਕਾਰ ਨਾਲ ਮੁਲਾਕਾਤ ਕੀਤੀ ਸੀ ਕਿ ਉਹ ਗੱਲਬਾਤ ਜਿਹੜੀ ਆ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਆ। ਇਸ ਗੱਲ ਵਿੱਚ ਕਿੰਨੀ ਸੱਚਾਈ ਆ, ਪਰ ਮੈਂ ਇੱਕ ਰਿਪੋਰਟ ਦੇ ਬਿਹਾਵ ਦੇ ਉੱਪਰ ਇਹ ਗੱਲ ਕਰ ਰਿਹਾ। ਇਹਦੀਆਂ ਤਾਰਾਂ ਜਿਹੜੀਆਂ ਅੰਟਾਰੀਓ ਦੇ ਨਾਲ ਆ ਕੇ ਜੁੜ ਰਹੀਆਂ ਕਿ ਅੰਟਾਰੀਓ ਦੇ ਵਿੱਚ ਜਿਹੜਾ ਇੱਥੋਂ ਦੇ ਗੁਰਦੁਆਰਾ ਸਾਹਿਬਾਨ ਦੀ ਇੱਕ ਕਮੇਟੀ ਦੇ ਮੈਂਬਰ ਦਾ ਵੀ ਨਾਂ ਆ ਰਿਹਾ ਕਿ ਉਹਨਾਂ ਵੱਲੋਂ ਬਕਾਇਦਾ ਪ੍ਰਧਾਨ ਮੰਤਰੀ ਹੋਣਾ ਨੂੰ ਚਿੱਠੀ ਲਿਖੀ ਗਈ ਸੀਗੀ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਮੰਗ ਕੀਤੀ ਗਈ ਸੀ ਪ੍ਰਧਾਨ ਮੰਤਰੀ ਹੋਣਾ ਵੱਲੋਂ ਕਿ ਜਿਹੜੀ ਕਿਸਾਨਾਂ ਦੇ ਨਾਲ ਗੱਲਬਾਤ ਰੁਕ ਗਈ ਆ ਉਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ। ਸੋ ਇਹ ਗੱਲ ਹੈਗੀ ਆ ਟੋਟਲ ਅਜੇ ਇਹਦੇ ਸੰਬੰਧ ਵਿੱਚ ਪੂਰਾ ਸਪਸ਼ਟੀਕਰਨ ਆਉਣਾ ਬਾਕੀ ਆ ਕਿ ਕੀ ਗੱਲਬਾਤ ਜਿਹੜੀ ਆ ਕੀ ਜਿਹੜੀਆਂ ਇਹਦੀਆਂ ਡਿਮੈਂਸ਼ਨਸ ਕੀ ਹੈਗੀਆਂ ਨੇ। ਮੈਂ ਇਸੇ ਕਰਕੇ ਕਹਿ ਰਿਹਾ ਸੀਗਾ ਕਿ ਅਜੇ ਇਹਨੇ ਉੱਪਰਲੀ ਤੈਅ ਹੈਗੀ ਆ ਗੱਲਬਾਤ ਦੀ, ਇਹਦੇ ਉੱਪਰ ਵਿਚਾਰ ਵਟਾਂਦਰਾ ਵਿਸਥਾਰਤ ਨਾਲ ਕਰਕੇ ਸਾਰੇ ਪੱਖਾਂ ਤੋਂ ਦੇਖ ਕੇ ਹੀ ਇਸ ਨੂੰ ਵਿਚਾਰਿਆ ਜਾਣਾ ਚਾਹੀਦਾ ਹੈਗਾ ਆ, ਕੋਈ ਸਿੱਟਾ ਸਾਨੂੰ ਕੱਢਣਾ ਚਾਹੀਦਾ ਆ। ਸੋ ਇਹਦੇ ਸੰਬੰਧ ਵਿੱਚ ਵੱਖ-ਵੱਖ ਜਿਹੜੇ ਆਗੂ ਆ ਉਹਨਾਂ ਦੇ ਬਿਆਨ ਵੀ ਆ ਰਹੇ ਆ। ਜਿਹੜੀ ਪੰਜਾਬੀ ਟ੍ਰਿਬਿਊਨ ਦੀ ਅਸੀਂ ਗੱਲ ਕੀਤੀ ਸੀ ਉਹਦੇ ਵਿੱਚ ਕਰਤਾਰ ਸਿੰਘ ਗਿੱਲ ਅੰਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਦੱਸੀ ਜਾਂਦੀ ਆ। ਇਸ ਰਿਪੋਰਟ ਦੇ ਮੁਤਾਬਕ ਜਿਹਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਕੇਂਦਰੀ ਮੰਤਰੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਘਰ ਹੋਈ ਆ। ਇਹਦੇ ਵਿੱਚ ਬਕਾਇਦਾ ਨਿਹੰਗ ਅਮਨਦੀਪ ਸਿੰਘ, ਪਿੰਕੀ ਕੈਟ ਤੇ ਭਾਜਪਾ ਦੇ ਕੁਝ ਹੋਰ ਆਗੂ ਸ਼ਾਮਲ ਹੋਏ ਦੱਸੇ ਜਾਂਦੇ ਆ, ਜਿਹਦੇ ਵਿੱਚ ਫੋਟੋਆਂ ਜੋ ਸਾਹਮਣੇ ਆਈਆਂ। ਇਸ ਮੀਟਿੰਗ ਜਿਹੜੀ ਇਹ ਮੀਟਿੰਗ ਆ ਕਿਸ ਮਕਸਦ ਨਾਲ ਕੀਤੀ ਗਈ ਸੀਗੀ, ਇਹਦੇ ਵਿੱਚ ਭਾਜਪਾ ਦਾ ਕੋਈ ਏਜੰਡਾ ਸੀਗਾ, ਇਹਦੇ ਵਿੱਚ ਨਿਹੰਗ ਜਥੇਬੰਦੀਆਂ ਨੂੰ ਵਰਤਣ ਦੀ ਕੋਈ ਸਾਜ਼ਿਸ਼ ਸੀ, ਇਹ ਗੱਲਾਂ ਅਜੇ ਸਾਹਮਣੇ ਆਉਣੀਆਂ ਬਾਕੀ ਆ। ਕੋਈ ਵੀ ਫਾਈਨਲ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਕਵਾਂਗੇ ਕਿ ਅਜੇ ਮਲਟੀਪਲ ਜਿਹੜੇ ਪੱਖ ਆ ਇਸ ਘਟਨਾ ਸੰਬੰਧੀ ਵਿਚਾਰ ਲੈਣੇ ਚਾਹੀਦੇ ਆ। ਅਗਲੀ ਖਬਰ ਪੰਜਾਬ ਤੋਂ ਹੀ ਹੈ। ਕੈਪਟਨ ਅਮਰਿੰਦਰ ਸਿੰਘ ਹੁਣੀ ਜੋ ਪਹਿਲਾਂ ਕਿਸੇ ਸਮੇਂ ਕਾਂਗਰਸ ਦੇ ਸਿਪਾਹ ਸਲਾਰ ਸੀਗੇ, ਕਾਂਗਰਸ ਦੇ ਬੜੇ ਵੱਡੇ ਸਿਪਾਹੀ ਸੀਗੇ, ਆਪਣੇ ਆਪ ਨੂੰ ਉਹ ਕਾਂਗਰਸ ਨੂੰ ਆਪਣਾ ਘਰ ਸਮਝਦੇ ਸੀਗੇ, ਪਰ ਅੱਜ ਗੱਦੀਓਂ ਲਾਏ ਜਾਣ ਤੋਂ ਬਾਅਦ ਲਗਾਤਾਰ ਦਿੱਲੀ ਦੇ ਗੇੜੇ ਮਾਰ ਰਹੇ ਹਨ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਦੇ ਨਾਲ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ। ਇਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਛੱਡ ਕੇ ਆਪਣੀ ਇੱਕ ਪਾਰਟੀ ਬਣਾ ਸਕਦੇ ਆ। ਭਾਜਪਾ ਦੀ ਬੀ ਟੀਮ ਬਣਾਉਣ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਅਤੇ ਪੰਜਾਬ ਦੇ ਵਿੱਚ ਪਾਰਟੀ ਬਣਾਉਣ ਤੋਂ ਬਾਅਦ ਇਹਦੇ ਵਿੱਚ ਜਿਹੜੀ ਰੌਚਕ ਗੱਲ ਹੈਗੀ ਆ ਕਿ ਉਹ ਸੰਯੁਕਤ ਅਕਾਲੀ ਦਲ ਦੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੈਗੇ ਆ, ਪਹਿਲਾਂ ਸਾਬਕਾ ਅਕਾਲੀ ਆਗੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੀਗੇ, ਬਾਦਲ ਸੀਗੇ, ਉਹਨਾਂ ਦੇ ਨਾਲ ਗੱਠਜੋੜ ਕਰਕੇ ਅਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਗੱਠਜੋੜ ਕਰਕੇ ਉਹ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਲਿਆ ਸਕਦੇ ਆ। ਸੋ ਇਹ ਗੱਲਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀਆਂ ਕਿੰਨੀਆਂ ਕਾਮਯਾਬ ਹੁੰਦੀਆਂ, ਉਹਨਾਂ ਦਾ ਪੰਜਾਬ ਦੇ ਲੋਕਾਂ ਵਿੱਚ ਅੱਜ ਕਿੰਨਾ ਕੁ ਬੇਸ ਹੈਗਾ ਆ, ਲੋਕ ਉਹਨਾਂ 'ਤੇ ਹੁਣ ਕਿੰਨਾ ਕੁ ਵਿਸ਼ਵਾਸ ਕਰਦੇ ਆ। 4.5 ਸਾਲ ਦੇ ਮੁੱਖ ਮੰਤਰੀ ਦੇ ਕਾਰਜ ਵੱਲੋਂ ਜੋ ਉਹਨਾਂ ਦਾ ਕੰਮਕਾਜ ਰਿਹਾ, ਉਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਉਹਨਾਂ ਦਾ ਭਰੋਸਾ ਕਿੰਨਾ ਗਿਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜ਼ਰੂਰ ਪਤਾ ਲੱਗੇਗਾ। ਬਾਈਬਲ ਕਲਾਂ ਤੋਂ ਖਬਰ ਹੈਗੀ ਆ। ਬਾਈਬਲ ਕਲਾਂ ਗੋਲੀ ਕਾਂਡ ਬਾਰੇ ਜਿਹੜੀ ਅਗਲੀ ਖਬਰ ਹੈ, ਫਰੀਦਕੋਟ ਦੀ ਅਦਾਲਤ ਵਿੱਚ ਅੱਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਸਰਕਾਰੀ ਵਕੀਲ RS ਬੈਂਸ ਸ਼ਾਮਲ ਹੋਏ। ਬੈਂਸ ਹੋਣਾ ਵੱਲੋਂ ਸ਼ਾਮਲ ਹੋਣ ਤੋਂ ਬਾਅਦ ਇਸ ਕੇਸ ਵਿੱਚ ਬਚਾਅ ਪੱਖ ਦੇ ਵਕੀਲਾਂ ਵੱਲੋਂ ਇਤਰਾਜ਼ ਕੀਤਾ ਗਿਆ ਕਿ ਜਿਹੜੇ ਸਰਕਾਰੀ ਵਕੀਲ ਹੈਗੇ ਅਜੇ ਇਸ ਪ੍ਰੋਸੀਕਿਊਸ਼ਨ ਵਿੱਚ ਕੇਸ ਵਿੱਚ ਸ਼ਾਮਲ ਨਹੀਂ ਹੋ ਸਕਦੇ। ਉਹਨਾਂ ਵੱਲੋਂ ਜਿਹੜਾ ਸ਼ਾਮਲ ਹੋਇਆ ਗਿਆ ਉਹ ਸਹੀ ਨਹੀਂ ਹੈਗਾ। ਪੇਸ਼ੀ ਤੋਂ ਬਾਅਦ RS ਬੈਂਸ ਹੋਣਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ਇੱਕ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਹਨਾਂ 'ਤੇ ਸਵਾਲ ਉਠਾਏ ਜਾ ਰਹੇ ਆ ਕਿ ਉਹ ਜ਼ਿਆਦਾਤਰ ਮੁਜਰਮਾਂ ਦੇ ਕੇਸ ਲੜਦੇ ਰਹੇ ਆ ਅਤੇ ਅੱਜ ਹੁਣ ਉਹ ਇੱਕ ਸਰਕਾਰੀ ਧਿਰ ਵਜੋਂ ਕੇਸ ਲੜ ਰਹੇ ਆ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਮਕਸਦ ਕੇਸ ਲੜਨਾ ਹੈਗਾ, ਇਨਸਾਫ ਦਿਵਾਉਣਾ ਹੈਗਾ ਆ ਕਿਸੇ ਵੀ ਧਿਰ ਨੂੰ, ਅਤੇ ਜੇ ਸਰਕਾਰੀ ਵਕੀਲ ਬਣ ਕੇ ਉਹ ਇੱਕ ਧਿਰ ਨੂੰ ਇਨਸਾਫ ਦਵਾ ਪਾਉਂਦੇ ਆ ਅਤੇ ਉਹ ਉਹਨਾਂ ਦੇ ਵਕਾਲਤ ਦਾ ਇੱਕ ਹਿੱਸਾ ਆ। ਇਹ ਅੱਜ ਦੀ ਜਿਹੜੀ ਖਾਸ ਅਪਡੇਟ ਫਰੀਦਕੋਟ ਤੋਂ ਹੈਗੀ ਸੀਗੀ। ਪਰ ਇਸ ਤੋਂ ਇਲਾਵਾ ਜੋ ਅਗਲੀਆਂ ਖਬਰਾਂ ਹੈਗੀਆਂ, ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ, ਉਹਨਾਂ ਦਾ ਜੋ ਨਵੀਂ ਹੁਣ ਸਰਕਾਰ ਗਠਿਤ ਹੋਈ ਸੀਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਦੀ,
ਅਗਵਾਈ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਤੇ ਨਵੀਂ ਕੈਬਨਿਟ ਬਣੀ। ਉਸ ਤੋਂ ਬਾਅਦ ਹੀ ਉਹਨਾਂ ਦਾ ਕੋਈ ਪੈਚਅਪ ਪੰਜਾਬ ਕਾਂਗਰਸ ਦੇ ਨਾਲ, ਸਰਕਾਰ ਦੇ ਨਾਲ ਨਹੀਂ ਹੋ ਪਾ ਰਿਹਾ। ਉਹਨਾਂ ਵੱਲੋਂ ਪਹਿਲਾਂ ਅਸਤੀਫੇ ਦਿੱਤੇ ਜਾਣ ਦੀਆਂ ਖਬਰਾਂ ਲੰਬਾ ਸਮਾਂ ਚੱਲਦੀਆਂ ਰਹੀਆਂ। ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਵੱਲੋਂ ਟਵੀਟ ਵੀ ਕੀਤੇ ਗਏ ਅਤੇ ਜਿਹੜੀ ਹੁਣ ਦੀ ਸਰਕਾਰ ਹੈਗੀ ਆ ਚਰਨਜੀਤ ਸਿੰਘ ਚੰਨੀ ਹੋਣਾ ਦੀ, ਉਹਨਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ। ਇਸ ਵਿਵਾਦ ਨੂੰ ਹੱਲ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਹੋਣਾ ਦੀ ਬਕਾਇਦਾ ਪਹਿਲਾਂ ਮੀਟਿੰਗ ਪੰਜਾਬ ਕਾਂਗਰਸ ਦੀ ਜਿਹੜੀ ਹਾਈ ਕਮਾਨ ਹੈਗੀ ਦਿੱਲੀ ਦੇ ਵਿੱਚ ਉਹਦੇ ਨਾਲ ਹੋਈ ਸੀਗੀ। ਮੀਟਿੰਗ ਹੋਣ ਤੋਂ ਬਾਅਦ ਨਵੀਆਂ ਹਦਾਇਤਾਂ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਹੋਣਾ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਹੋਈ ਸੀ, ਜਿਹਦੇ ਵੇਰਵੇ ਆਉਣੇ ਅਜੇ ਬਾਕੀ ਆ। ਕੋਈ ਖਾਸ ਵੇਰਵਾ ਇਸ ਦਾ ਬਾਹਰ ਨਹੀਂ ਆ ਸਕਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਮੀਡੀਆ ਨੂੰ ਜਵਾਬ ਦਿੰਦਿਆਂ ਇਹ ਗੱਲ ਕਹੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਹੈਗੇ ਆ ਪਾਰਟੀ ਦੇ ਹੈੱਡ ਹੈਗੇ ਆ, ਉਹਨਾਂ ਨੂੰ ਇਸ ਗੱਲ ਦਾ ਅਧਿਕਾਰ ਆ ਕਿ ਉਹ ਕੋਈ ਵੀ ਸਲਾਹ ਪੰਜਾਬ ਸਰਕਾਰ ਨੂੰ ਦੇ ਸਕਦੇ ਆ। ਜਿਹੜੀ ਪਾਰਟੀ ਸੁਪਰੀਮੋ ਹੁੰਦੀ ਆ ਅਤੇ ਜਿਹੜੀ ਸਰਕਾਰ ਆ ਉਸਨੇ ਆਪਣੀ ਪਾਰਟੀ ਦੇ ਆਦਰਸ਼ਾਂ ਨੂੰ ਲਾਗੂ ਕਰਨਾ ਹੁੰਦਾ। ਇਸ ਕਰਕੇ ਉਹਨਾਂ ਨੇ ਜ਼ਿਆਦਾ ਇਤਰਾਜ਼ ਇਸ ਗੱਲ ਵਿੱਚ ਨਹੀਂ ਜਤਾਇਆ ਓਪਨ ਤੌਰ 'ਤੇ ਕਿ ਸਿੱਧੂ ਹੋਣਾ ਵੱਲੋਂ ਉਹਨਾਂ ਨੂੰ ਕੋਈ ਸਲਾਹ ਦਿੱਤੀ ਗਈ ਆ ਜਾਂ ਕੋਈ ਸੋਸ਼ਲ ਮੀਡੀਆ ਦੇ ਵਿੱਚ ਟਿੱਪਣੀਆਂ ਕੀਤੀਆਂ ਗਈਆਂ। ਅੱਜ ਜਿਹੜੀ ਇਹਦੇ ਵਿੱਚ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਅਜੇ ਵੀ ਉਹਨਾਂ ਦਾ ਪੈਚਅਪ ਹੁੰਦਾ ਨਾ ਦੇਖ ਕੇ ਜਿਹੜੇ ਚਾਰ ਕਾਰਜਕਾਰੀ ਪ੍ਰਧਾਨ ਨੇ ਕਾਂਗਰਸ ਦੇ, ਨਵਜੋਤ ਸਿੰਘ ਸਿੱਧੂ ਹੋਣਾ ਦੀ ਕੇਂਦਰੀ ਆਗੂ ਹਰੀਸ਼ ਚੌਧਰੀ ਹੋਣਾ ਨਾਲ ਮੀਟਿੰਗ ਹੋਈ ਆ। ਮੀਟਿੰਗ ਦੇ ਵੇਰਵੇ ਅਜੇ ਆਉਣੇ ਬਾਕੀ ਆ ਕਿ ਉਸ ਦੇ ਵਿੱਚ ਕਿਹੜੇ ਵਿਚਾਰ ਕੀਤੇ ਗਏ ਆ। ਲੇਕਿਨ ਇਹ ਗੱਲ ਸਪਸ਼ਟ ਹੈਗੀ ਆ ਕਿ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਜੋ ਕਾਂਗਰਸ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ, ਖਾਸ ਕਰਕੇ AGP ਤੇ DGP ਦੀ, ਤੇ ਇਸ ਤੋਂ ਇਲਾਵਾ ਪੰਜਾਬ ਦੀ ਕੈਬਨਿਟ ਦੇ ਵਿੱਚ ਜੋ ਚਿਹਰੇ ਸ਼ਾਮਲ ਕੀਤੇ ਗਏ ਉਹਨਾਂ ਨੂੰ ਲੈ ਕੇ ਉਹਨਾਂ ਦੀ ਨਾਰਾਜ਼ਗੀ ਚੱਲੀ ਆ ਰਹੀ ਆ। ਉਹਨਾਂ ਵੱਲੋਂ 13 ਨਿਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਆ। ਇਹ ਪੈਚਅਪ ਕਿੰਨਾ ਕੁ ਪੱਧਰ 'ਤੇ ਹੋ ਪਾਉਂਦਾ ਜਾਂ ਨਹੀਂ ਹੋ ਪਾਉਂਦਾ ਇਹ ਤਾਂ ਸਮਾਂ ਹੀ ਦੱਸੂਗਾ। ਕੁੱਲ ਮਿਲਾ ਕੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਪੰਜਾਬ ਖਾਸ ਕਰਕੇ ਕਿਸਾਨੀ ਸੰਘਰਸ਼ ਬਾਰੇ, ਕਿ ਫਿਰ ਆਪਾਂ ਇਹ ਗੱਲ ਜ਼ਰੂਰ ਵਿਚਾਰ ਕਰੀਏ ਕਿ ਸਾਡੇ ਜਿਹੜੇ ਆ ਦ੍ਰਿਸ਼ਟੀਕੋਣ ਆ ਸਾਡਾ ਬੜਾ ਵਿਸ਼ਾਲ ਹੋਣਾ ਚਾਹੀਦਾ। ਜਦੋਂ ਕੋਈ ਵੀ ਘਟਨਾ ਵਾਪਰਦੀ ਆ ਅਸੀਂ ਇੱਕਦਮ ਸਿੱਟੇ 'ਤੇ ਪਹੁੰਚ ਜਾਂਦੇ ਹਾਂ। ਸਾਨੂੰ ਹਰ ਪੱਖਾਂ ਤੋਂ ਵਿਚਾਰ ਕੇ ਹੀ ਇਹ ਫੈਸਲਾ ਲੈਣਾ ਚਾਹੀਦਾ ਕਿ ਕੌਣ ਗਲਤ ਆ ਕੌਣ ਸਹੀ ਆ, ਕਿਉਂਕਿ ਮੋਸਟਲੀ ਇਹ ਗੱਲ ਠੀਕ ਹੈ ਕਿ ਕੇਂਦਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਵੱਖ-ਵੱਖ ਸਮੇਂ ਦੌਰਾਨ ਸੰਘਰਸ਼ ਨੂੰ ਫੇਲ ਕਰਨ ਲਈ ਚਾਲਾਂ ਚੱਲਦੀਆਂ ਰਹੀਆਂ ਨੇ। ਇਸ ਕਰਕੇ ਆਪਣਾ ਅਸਲੀ ਨਿਸ਼ਾਨਾ ਜਿਹੜਾ ਹੈਗਾ ਆ ਉਹ ਬਿੱਲਾਂ ਨੂੰ ਰੱਦ ਕਰਾਉਣ ਵੱਲ ਰੱਖਣਾ ਚਾਹੀਦਾ ਆ, ਬਜਾਏ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕਰਨ ਦੇ। ਸੋ ਇਹ ਅੱਜ ਦੀਆਂ ਕੁਝ ਖਾਸ ਅਪਡੇਟ ਸੀਗੀਆਂ। ਕੈਨ ਪੰਜਾਬ ਮੀਡੀਆ ਵੱਲੋਂ ਜੋ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਉਸ ਪ੍ਰਤੀ ਆਪ ਦੇ ਵੱਲੋਂ ਦਿੱਤੇ ਜਾ ਰਹੇ ਹੁੰਗਾਰੇ ਲਈ ਬਹੁਤ ਬਹੁਤ ਧੰਨਵਾਦ। ਦਾਸ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।